ਸਰ ਤੁਸੀਂ ਵੇਖੋ ਜਿਹੜੀ ਆਵਾਜ਼ ਬੰਗਾਲੀਆਂ ਨੇ ਚੁੱਕੀ, ਕਿਆ ਇਸ ਤਰ੍ਹਾਂ ਦੀ ਆਵਾਜ਼ ਤੁਹਾਨੂੰ ਕੋਈ ਨਜ਼ਰ ਆਉਂਦੀ? ਮੈਂ ਕਲੈਕਟਿਵ ਗੱਲ ਇਸ ਤਸਨਾਈ ਮਿਸਾਲਾਂ ਤੇ ਬਹੁਤ ਸਾਰੀਆਂ ਮੌਜੂਦ ਨੇ, ਮਤਲਬ ਇਹ ਸ਼ੇਰ ਪੜ੍ਹੇ ਪਏ ਨੇ ਸਾਰੇ ਜਿਨ੍ਹਾਂ ਨੂੰ ਫਾਂਸੀਆਂ ਦਿੱਤੀਆਂ। ਮੈਂ ਕੋਈ ਖੂਨ ਵਾਲੀ ਗੱਲ ਨਹੀਂ ਕੀਤੀ। 1857 ਦੀ ਜੰਗੇ ਆਜ਼ਾਦੀ ਤੋਂ ਬਾਅਦ ਇੰਨਾ ਕੁ ਜ਼ਿਆਦਾ ਜ਼ੁਲਮ ਉਹਨਾਂ ਨੇ ਇੱਥੇ ਕੀਤਾ ਔਰ ਉਹਦੇ ਖਿਲਾਫ ਪੂਰੇ ਸ਼ੋਰਾ ਜਿਹੜੇ ਨੇ ਨਜ਼ਮਾਂ ਦੀ ਸੂਰਤਾਂ ਦੇ ਵਿੱਚ, ਯਾਨੀ ਉਹਨਾਂ ਨੂੰ ਫਾਂਸੀਆਂ ਦਿੱਤੀਆਂ GC ਕਾਲਜ ਦੇ ਵਿੱਚ। ਉਹ ਮੈਨੂੰ ਉਸ ਜਗ੍ਹਾ ਜਦੋਂ ਮੈਂ ਵੇਖਣਾ ਮੈਨੂੰ ਬਹੁਤ ਮੇਰੇ ਖੂਨ ਖੌਲ ਉੱਠਦਾ ਹੈ। ਉਹ ਕੋਠੀ ਨਮਾ ਉਹਨਾਂ ਨੇ ਬਣਾਇਆ, ਉੱਥੇ ਫਾਂਸੀਆਂ ਦਿੰਦੇ ਰਹੇ ਨੇ ਲੋਕਾਂ ਨੂੰ ਫੜ ਫੜ ਕੇ, ਔਰ ਉਹ ਐਕਟ ਕਹਿੰਦੇ ਤੁਸੀਂ ਪੂਰਾ ਅਮਲ ਕੀਤਾ। ਜਿਹੜੀ ਉਹ ਗੱਲ ਕਰਦੇ ਸਨ ਉਹਦੇ 'ਤੇ ਅਮਲ ਕਰਵਾਉਂਦੇ ਸਨ। ਮਤਲਬ ਇੱਕ ਦਫਾ ਉਹਨਾਂ ਨੇ ਦਫਾ 44 ਲਗਾਤੀ ਇੱਕ ਬੰਦੇ ਨੇ, ਉਹ ਦਫਾ 44 ਲਗਵਾਉਣ 'ਚ ਮੈਨੂੰ ਨਾਮ ਯਾਦ ਨਹੀਂ, ਕਾਮਯਾਬ ਨਹੀਂ ਹੋ ਸਕਿਆ। ਉਹਦੀ ਉਹਨਾਂ ਨੇ ਮਤਲਬ ਕੋਰਟ ਮਾਰਸ਼ਲ ਤੋਂ ਵੀ ਜ਼ਿਆਦਾ ਬੁਰਾ ਹਾਲਤ ਕਰ ਦਿੱਤੀ ਕਿ ਤੂੰ ਕਿਉਂ ਲਗਾਈ। ਇਹਦੇ ਨਾਲ ਸਾਡਾ ਜਿਹੜਾ ਰੋਹਬ ਔਰ ਦਬਦਬਾ ਹੈ ਔਰ ਜਿਹੜਾ ਮਤਲਬ ਇੱਕ ਸ਼ਖਸੀਅਤ ਸਾਡੀ ਬਣੀ ਹੈ ਉਹ ਤਬਾਹ ਹੋ ਗਈ। ਤੁਸੀਂ ਵੇਖੋ ਜਲਿਆਂਵਾਲੇ ਬਾਗ 'ਚ ਵੇਖ ਲਓ, ਉਹਨੇ ਗੋਲੀਆਂ ਚਲਾ ਦਿੱਤੀਆਂ ਨੇ। ਔਰ ਇਹ ਮਜ਼ਾਹਮਤ ਜਿਹੜੀ ਨਾ ਮਤਲਬ ਇਹ ਜ਼ਬਰਦਸਤ ਤਰੀਕੇ ਨਾਲ ਆਉਣੀ ਚਾਹੀਦੀ। ਔਰ ਇਹ ਨਹੀਂ ਕਿ ਸਿੱਖ ਪਿੱਛੇ ਨੇ, ਮਤਲਬ ਸਾਡੀ ਆਵਾਜ਼ ਉਸ ਤਰ੍ਹਾਂ ਬਣ ਨਹੀਂ ਸਕੀ ਨਾ ਜਿਸ ਤਰ੍ਹਾਂ ਬਣਨੀ ਚਾਹੀਦੀ ਸੀ। ਲੋਕ ਜ਼ਿਆਦਾ ਜਿਹੜੇ ਨੇ ਮਫਾਦਾਤ ਵੱਲ ਜਾਂਦੇ ਨੇ। ਹਾਲੇ ਵੀ ਵੇਖ ਲਓ ਤੁਸੀਂ, ਪੰਜਾਬ ਦੀ ਆਵਾਜ਼ ਉਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਬਾਕੀ ਮਾਮਲਾ ਜਿਵੇਂ ਪਹਾੜੀ ਲੋਕਾਂ ਦਾ ਮਾਮਲਾ ਤੁਹਾਨੂੰ ਨਜ਼ਰ ਆਉਂਦਾ ਹੈ। ਇਹ ਨਹੀਂ ਕਿ ਮੈਂ ਪੰਜਾਬੀ ਆਪਣੇ ਖਿਲਾਫ ਗੱਲ ਕਰ ਰਿਹਾ, ਕੁੱਲ ਮਿਲਾ ਕੇ ਅਸੀਂ ਦੇਖਾਂਗੇ ਤਾਂ ਉਹ ਆਵਾਜ਼ ਉਸ ਤਰ੍ਹਾਂ ਦੀ ਨਹੀਂ ਬਣੇਗੀ। ਹਾਲੇ ਵੀ ਵੇਖ ਲਓ ਮਫਾਦਾਤ ਦੇ ਵਿੱਚ ਜਿਹੜਾ ਨਾ ਲੋਕ ਬਾਹਰ ਨਹੀਂ ਨਿਕਲਦੇ ਉਸ ਤਰੀਕੇ ਨਾਲ। ਅਗਰ ਨਿਕਲਣ ਜਿਸ ਤਰ੍ਹਾਂ ਬੰਗਾਲੀ ਨਿਕਲਣ, ਤੁਸੀਂ ਉਹਨੂੰ ਵੇਖੋ, ਮਤਲਬ ਇੱਕ ਵਾਜ਼ੇ ਤੁਹਾਨੂੰ ਫਰਕ ਨਜ਼ਰ ਆਏਗਾ। ਇਹ ਸਾਡੀ ਨਾ ਆਰਕੀਟਾਈਪਸ ਚੀਜ਼ਾਂ ਮੌਜੂਦ ਨੇ। ਉਹਦੀ ਪਿੱਛੇ ਵਜ੍ਹਾ ਤੁਹਾਨੂੰ ਦੱਸ ਦਿੰਦਾ। ਉਹਦੀ ਵਜ੍ਹਾ ਹੈ ਕਿ ਇਹਨਾਂ ਨੇ ਭੁੱਖ ਵੇਖੀ ਨਹੀਂ ਪੰਜਾਬ ਨੇ। ਇਹਨਾਂ ਕੋਲ 5 ਦਰਿਆ ਚੱਲਦੇ ਪਏ ਨੇ, ਆਰਾਮ ਨਾਲ ਹਰ ਚੀਜ਼ ਪੂਰੀ ਹੁੰਦੀ ਪਈ। ਉਹ ਦੇਖੋ ਪਹਾੜ 'ਤੇ ਭੁੱਖੇ, ਬੰਗਾਲ 'ਚ ਭੁੱਖੇ, ਜਿੱਥੇ ਜਿੱਥੇ ਵੀ ਭੁੱਖੇ ਸਰ ਉੱਥੇ ਉੱਥੇ ਤੁਹਾਨੂੰ ਮਜ਼ਾਹਮਤ ਗਹਿਰੀ ਔਰ ਬੜੀ ਜ਼ਬਰਦਸਤ ਨਜ਼ਰ ਆਏਗੀ। ਮਰਨ ਤੱਕ ਲੋਕ ਚੱਲ ਜਾਣ। ਜਦੋਂ ਤੁਹਾਡੀ ਹਰ ਚੀਜ਼ ਪੂਰੀ ਹੁੰਦੀ ਪਈ ਨਾ ਸਰ, ਤੁਹਾਡੀ ਰੋਟੀ ਪੂਰੀ ਹੋ ਰਹੀ, ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਤੁਹਾਡੀ ਨਫਸਿਆਤ ਜਿਹੜੀ ਨਾ ਬਣ ਜਾਏਗੀ, ਯਾਰ ਮੈਂ ਕਿਉਂ ਲੜਾਂ। ਇਹ ਤਨਾਜ਼ੁਰ 'ਚ ਮੈਂ ਗੱਲ ਕੀਤੀ। ਬਾਕੀ ਮੈਂ ਕੋਈ ਆਪਣੇ ਪੰਜਾਬੀਆਂ ਦੇ ਖਿਲਾਫ ਨਹੀਂ ਹੈ। ਉਹ ਤੁਹਾਨੂੰ ਪਤਾ ਹੈ ਉਹ 1857 'ਚ ਜਿਹੜਾ ਉਹਨਾਂ ਨੇ ਕਾਰਵਾਈ ਕੀਤੀ ਹੈ, ਬੇਸ਼ੱਕ ਉਹ ਬੇਹੰਗਮ ਕੀਤੀ ਹੈ, ਲੇਕਿਨ ਉਹ ਰੁਲਾ ਦੇਣ ਵਾਲੀ ਹੈ ਜਿਹੜੇ ਬਾਅਦ 'ਚ ਮਾਮਲਾਤ ਲੋਕਾਂ ਨਾਲ ਕੀਤੇ ਇਹਨਾਂ ਨੇ। ਜਿਵੇਂ ਜਿਵੇਂ ਉਹਨਾਂ ਨਾਲ ਜ਼ੁਲਮੋ ਸਿਤਮ ਕੀਤਾ, ਬਾਜ਼ੂ ਕੱਟੇ, ਚੀਜ਼ਾਂ ਕੀਤੀਆਂ, ਬੇਟੇ ਦੇ ਛੋਟੇ ਬੱਚਿਆਂ ਦੇ ਸਾਹਮਣੇ ਜਿਹੜਾ ਨਾ ਵਾਲਦ ਨੂੰ ਮਤਲਬ ਹੈ ਕਿ ਜਿਹੜਾ ਆਜ਼ਾਦ ਇਹਦੇ ਵਾਲਦ ਨੂੰ ਸਾਹਮਣੇ ਇਹਨਾਂ ਨੇ ਦਿੱਤੀ ਹੈ ਫਾਂਸੀ। ਔਰ ਵੇਖ ਲਓ ਕਿੱਡਾ ਬੁਰਾ ਉਹਨਾਂ ਦਾ ਹਾਲ ਹੋਇਆ ਐਂਡ ਤੱਕ। यानी कि आज़ाद बाकायदा अंदरों नफसियाती मरीज सी और बाकायदा खिलाफ सी, लेकिन वो है कि अंग्रेज़ों का कलपुर्जा बनया रहा। एक बड़ा दर्दनाक मामला है सर, और उनका दर्द छड़ा ना नज़र आता है। हुण वो सारे मजमून डॉक्टर तबस्सुम कश्मीरी साहब और कुछ लोग इन्हें काम करते पे ने, वो बड़ा दर्दनाक मामला है मौजूद। बाकी आप पंजाबी ज़ाहिर जी गल है कि जी तुसीं गल कीती भगत सिंह दी, वो सारे मामले जिहड़ा पट्टी धुल्ला पट्टी और सारियां चीज़ां मौजूद ने। वो सर तुसीं देखो 23 मार्च ਜਿਹੜਾ 23 ਮਾਰਚ ਨੂੰ ਜਿਹੜਾ ਮਾਮਲਾ ਹੈਗਾ, ਇਹ ਕੋਈ ਐਸਾ ਮਾਮਲਾ ਨਹੀਂ ਕਿ ਆਪਣੀ ਉਹ ਜਿਹੜੀ ਕਹਿੰਦੇ ਨੇ ਕਿ ਹੈਗਾ, ਮੈਨੂੰ ਤਾਂ ਉਹ ਸਮਝ ਨਹੀਂ ਆਉਂਦਾ। ਉਸ ਦਿਨ ਇਹਨਾਂ ਨੇ ਉਹ ਜੇਲ੍ਹ ਦੇ ਵਿੱਚੋਂ ਉਹਨੂੰ ਛੁਡਵਾ ਲਿਆ ਸੀ ਬਕਾਇਦਾ। ਕੀ ਨਾਮ ਸੀ ਉਹਨਾਂ ਦਾ? ਰੈਡਸ ਨੇ ਬਕਾਇਦਾ ਇਹਨਾਂ ਦੀ ਫੌਜ ਕੋਲੋਂ ਛੁਡਵਾ ਲਿਆ ਸੀ। ਸ਼ਾਹ ਜੀ ਭਗਤ ਸਿੰਘ ਨੂੰ ਛੁਡਵਾਇਆ ਸੀ, ਉਹਨੂੰ ਲੈ ਗਏ ਸਨ। ਉਹਨੂੰ ਛਿਪਾਉਣ ਵਾਸਤੇ ਇਹਨਾਂ ਨੇ 23 ਮਾਰਚ ਦਾ ਡਰਾਮਾ ਰਚਿਆ ਔਰ ਉਹਨੂੰ ਖਤਮ ਕਰਤਾ। ਵੇਖ ਲਓ ਤਾਰੀਖ ਦੇ ਵਿੱਚ ਇਹਨਾਂ ਦੀ, ਯਾਨੀ ਕਿ ਜੇਲ੍ਹ ਦੇ ਵਿੱਚੋਂ ਬਕਾਇਦਾ ਲੋਕਾਂ ਨੂੰ ਕੱਢ ਲਿਆ ਸੀ। ਇੰਨੀ ਸ਼ਿੱਦਤ ਨਾਲ ਹਮਲਾ ਕੀਤਾ ਸੀ, ਲੇਕਿਨ ਉਹਦਾ ਵੀ ਅੰਜਾਮ ਦੇਖ ਲਓ ਤੁਸੀਂ, ਉਹਨਾਂ ਨੂੰ ਦਰਦਨਾਕ ਬਣਾਤਾ। ਲੋਕ ਉਹਦਾ ਜ਼ਿਕਰ ਹੀ ਨਹੀਂ ਕਰਦੇ। ਇਹੋ ਤਾਂ ਸਰ ਦਰਦਨਾਕ ਗੱਲ ਹੈ ਕਿ ਸਾਨੂੰ ਜਿਹੜੇ ਛਿੱਤਰ ਮਾਰੇ ਉਹਨਾਂ ਨੇ ਸਾਡੇ ਲੋਕਾਂ ਕੋ ਮਰਵਾਏ। ਗੋਰੇ ਨੇ ਮਾਰਨਾ ਸ਼ੁਰੂ ਨਹੀਂ ਕੀਤਾ ਸਾਨੂੰ। ਆ ਵੇਖ ਲਓ ਥਾਣੇ 'ਚ ਤੁਸੀਂ ਕੀ ਹੁੰਦਾ, ਥਾਣੇ ਦਾ ਹਾਲੇ ਵੀ ਕਲਚਰ ਵੇਖ ਲਓ। ਉਹ ਤੁਹਾਨੂੰ ਮੂੰਹ ਕਹੀ ਜਾਂਦਾ, ਯਾਰ ਇੱਥੇ ਕੰਮ ਖਰਾਬ ਹੈ, ਤੂੰ ਚੱਲ ਜਾ, ਬਾਹਰੋਂ ਬਾਹਰ ਗੱਲ ਕਰ ਲਓ ਜਿਹੜੀ ਕਰਨੀ। यानी कि साडा पंचायत सिस्टम अज भी बड़ा शानदार है। तुसीं क्यों कहते यार अदालती निज़ाम च ना जाओ, यार ये तो गड़बड़ है, बड़ी खराबी पैदा हो जाती। तुहानूं वकील ही पुट्ठे सीधे मशवरे दे रहा है।